ਅੱਜ ਆਓ ਅਸੀਂ ਪਹਿਲੇ ਫਲ ਦਾ ਪਰਬ ਅਤੇ ਜੀ ਉੱਠਣ ਦੀ ਆਸ ਇਸ ਵਿਸ਼ੇ ਨਾਲ ਪਰਮੇਸ਼ਰ ਦੇ ਵਚਨ ਦਾ ਅਧਿਐਨ ਕਰੀਏ, ਕਿਉਂਕਿ ਅੱਜ ਜੀ ਉੱਠਣ ਦਾ ਦਿਨ ਹੈ। ਇਸ ਲਈ ਸਾਨੂੰ ਇਸ ਪਰਬ ਦੀ ਸ਼ੁਰੂਆਤ ਸਮਝਣ ਦੀ ਜ਼ਰੂਰਤ ਹੈ। ਨਾਲ ਹੀ ਆਓ ਅਸੀਂ ਪਹਿਲੇ ਫਲ ਦੇ ਪਰਬ ਬਾਰੇ ਕੁਝ ਬੁਨਿਆਦੀ ਗੱਲਾਂ ਨੂੰ ਸਮਝੀਏ, ਜਿਵੇਂ ਕਿ ਪੁਰਾਣੇ ਨੇਮ ਦੇ ਇਸ ਪਰਬ ਲਈ ਆਰਾਧਨਾ ਦੇ ਨਿਯਮ ਕੀ ਸੀ। ਨਵੇਂ ਨੇਮ ਦੇ ਸਮੇਂ ਵਿੱਚ ਯੀਸ਼ੂ ਦਾ ਜੀ ਉੱਠਣਾ ਐਤਵਾਰ ਨੂੰ ਕਿਉਂ ਹੋਇਆ? ਪੁਰਾਣੇ ਨੇਮ ਦੀਆਂ ਕਿਹੜੀਆਂ ਭਵਿੱਖਬਾਣੀਆਂ ਯੀਸ਼ੂ ਦੇ ਜੀ ਉੱਠਣ ਦੁਆਰਾ ਪੂਰੀਆਂ ਹੋਈਆਂ? ਮੇਰਾ ਮੰਨਣਾ ਹੈ ਕਿ ਸਾਨੂੰ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣਾ ਚਾਹੀਦਾ ਹੈ, ਕਿਉਂਕਿ ਅਸੀਂ ਪਰਬਾਂ ਦੇ ਲੋਕ ਹਾਂ। ਸਭ ਤੋਂ ਪਹਿਲਾਂ ਆਓ ਅਸੀਂ ਪਰਬ ਦੀ ਸ਼ੁਰੂਆਤ ਉੱਤੇ ਇੱਕ ਨਜ਼ਰ ਪਾਈਏ। ਲਗਭਗ 3500 ਸਾਲ ਪਹਿਲਾਂ ਇਜ਼ਰਾਈਲੀਆਂ ਨੇ ਪਸਾਹ ਮਨਾਇਆ ਅਤੇ ਉਹ ਮਿਸਰ ਦੀ ਗੁਲਾਮੀ ਤੋਂ ਮੁਕਤ ਹੋ ਗਏ। ਮੁਕਤ ਹੋਣ ਤੋਂ ਬਾਅਦ ਉਹ ਪਸਾਹ ਦੇ ਅਗਲੇ ਦਿਨ ਪਤੀ ਦੀ ਰੋਟੀ ਦੇ ਪਰਬ ਤੇ ਰਾਮਸੇਸ ਵਿੱਚ ਇਕੱਠਾ ਹੋਏ ਅਤੇ ਰਵਾਨਾ ਹੋਏ। ਫਿਰ ਮਿਸਰ ਦੇ ਰਾਜਾ ਫਿਰੌਨ ਨੇ ਅਚਾਨਕ ਆਪਣਾ ਮਨ ਬਦਲ ਦਿੱਤਾ ਅਤੇ ਹੁਕਮ ਦਿੱਤਾ ਕਿ ਇਜ਼ਰਾਈਲੀਆਂ ਨੂੰ ਵਾਪਸ ਲਿਆਇਆ ਜਾਵੇ। ਪਸਾਹ ਦੀ ਰਾਤ ਨੂੰ ਉਸਨੇ ਮਹਿਸੂਸ ਕੀਤਾ ਕਿ ਉਸ ਨੂੰ ਪਰਮੇਸ਼ਰ ਦੁਆਰਾ ਦੰਡ ਦਿੱਤਾ ਗਿਆ ਹੈ ਅਤੇ ਉਸਨੇ ਆਪਣੇ ਪਹਿਲੋਠੇ ਪੁੱਤਰ ਨੂੰ ਵੀ ਗਵਾ ਦਿੱਤਾ। ਪਰਮੇਸ਼ਰ ਤੋਂ ਡਰ ਕੇ ਉਸਨੇ ਇਜ਼ਰਾਈਲੀਆਂ ਨੂੰ ਜਾਣ ਦਿੱਤਾ। ਪਰ ਲੋਕਾਂ ਨੇ ਉਸ ਨੂੰ ਸਵਾਲ ਕੀਤਾ, ਅਸੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਣਾਉਣੀਆਂ ਹਨ, ਪਰ ਤੂੰ ਹੁਣ ਇਜ਼ਰਾਈਲੀਆਂ ਨੂੰ ਜਾਣ ਦਿੱਤਾ ਹੈ, ਫਿਰ ਅਸੀਂ ਇਹ ਸਾਰੇ ਕੰਮ ਲਈ ਜਨ ਸ਼ਕਤੀ ਕਿੱਥੋਂ ਲਿਆਵਾਂਗੇ? ਇਹ ਸੁਣਦੇ ਹੀ ਉਸਨੇ ਆਪਣਾ ਮਨ ਬਦਲ ਦਿੱਤਾ। ਉਸਨੇ ਸਾਰੇ ਇਜ਼ਰਾਈਲੀਆਂ ਨੂੰ ਵਾਪਸ ਲਿਆਉਣ ਦਾ ਹੁਕਮ ਦਿੱਤਾ। ਉਹ ਆਪਣੇ ਰੱਥ ਅਤੇ ਸਿਪਾਹੀਆਂ ਸਮੇਤ ਇਜ਼ਰਾਈਲੀਆਂ ਦਾ ਪਿੱਛਾ ਕਰਨ ਲੱਗੇ। ਪਰ ਇਸ ਤਰ੍ਹਾਂ ਦੀ ਪੀੜਾ ਦੇ ਬਾਵਜੂਦ ਇਜ਼ਰਾਈਲੀਆਂ ਨੇ ਸੁਰੱਖਿਅਤ ਰੂਪ ਨਾਲ ਲਾਲ ਸਮੁੰਦਰ ਨੂੰ ਪਾਰ ਕੀਤਾ। ਜਦੋਂ ਸਾਰੇ ਇਜ਼ਰਾਈਲੀਆਂ ਨੇ ਲਾਲ ਸਮੁੰਦਰ ਪਾਰ ਕੀਤਾ, ਫਿਰ ਪਰਮੇਸ਼ਰ ਨੇ ਪਾਣੀ ਨੂੰ ਮਿਸਰੀ ਸੈਨਾ ਉੱਤੇ ਫਿਰ ਵਗਣ ਦਿੱਤਾ। ਇਸ ਪ੍ਰਕਾਰ ਇਜ਼ਰਾਈਲੀ ਸੁਰੱਖਿਅਤ ਰੂਪ ਨਾਲ ਲਾਲ ਸਮੁੰਦਰ ਦੇ ਦੂਸਰੇ ਪਾਸੇ ਪਹੁੰਚ ਸਕੇ। ਉਹ ਅੱਜ ਇਹ ਸਮੇਂ ਸੀ ਜਦੋਂ ਇਜ਼ਰਾਈਲੀ ਅੰਮ੍ਰਿਤ ਵੇਲੇ ਲਾਲ ਸਮੁੰਦਰ ਦੇ ਦੂਸਰੇ ਪਾਸੇ ਪਹੁੰਚੇ। ਇਹ ਜੀ ਉੱਠਣ ਦਾ ਦਿਨ ਪੁਰਾਣੇ ਨੇਮ ਵਿੱਚ ਪਹਿਲੇ ਫਲ ਦਾ ਪਰਬ ਸੀ। ਅਸੀਂ ਪੁਰਾਣੇ ਨੇਮ ਵਿੱਚ ਦੇਖ ਸਕਦੇ ਹਾਂ ਕਿ ਉਹ ਪਵਿੱਤਰ ਕੈਲੰਡਰ ਦੇ ਪਹਿਲੇ ਮਹੀਨੇ ਦੇ 22ਵੇਂ ਦਿਨ ਅੰਮ੍ਰਿਤ ਵੇਲੇ ਲਾਲ ਸਮੁੰਦਰ ਦੇ ਦੂਸਰੇ ਪਾਸੇ ਪਹੁੰਚੇ। ਪੁਰਾਣੇ ਨੇਮ ਦੇ ਸਮੇਂ ਵਿੱਚ ਪਰਮੇਸ਼ਰ ਨੇ ਉਸ ਦਿਨ ਨੂੰ ਪਹਿਲੇ ਫਲ ਦੇ ਦਿਨ ਦੇ ਰੂਪ ਵਿੱਚ ਚੁਣਿਆ ਅਤੇ ਪਹਿਲੀ ਫਸਲ ਦਾ ਇੱਕ ਪੁੱਲਾ ਹਿਲਾਉਂਦੇ ਹੋਏ ਪਰਮੇਸ਼ਰ ਨੂੰ ਚੜਾਉਣ ਦਾ ਨਿਯਮ ਬਣਾਇਆ। ਅੱਜ ਜੀ ਉੱਠਣ ਦਾ ਦਿਨ ਐਤਵਾਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ? ਪੁਰਾਣੇ ਨੇਮ ਵਿੱਚ ਪਰਮੇਸ਼ਰ ਨੇ ਪਹਿਲਾਂ ਤੋਂ ਹੀ ਦਿਨ ਅਤੇ ਤਾਰੀਖ ਨਿਰਧਾਰਿਤ ਕਰ ਦਿੱਤੀ ਸੀ ਤਾਂ ਜੋ ਰਵੀਵਾਰ ਨੂੰ ਪਹਿਲੇ ਫਲ ਦਾ ਪਰਬ ਮਨਾਇਆ ਜਾ ਸਕੇ। ਨਵੇਂ ਨੇਮ ਵਿੱਚ ਯੀਸ਼ੂ ਦਾ ਜੀ ਉੱਠਣਾ ਕਿਸੇ ਵੀ ਰਵੀਵਾਰ ਨੂੰ ਨਹੀਂ ਹੋਇਆ ਸੀ, ਬਲਕਿ ਪੁਰਾਣੇ ਨੇਮ ਵਿੱਚ ਪਹਿਲਾਂ ਤੋਂ ਹੀ ਉਸ ਐਤਵਾਰ ਦੀ ਭਵਿੱਖਬਾਣੀ ਕੀਤੀ ਗਈ ਸੀ। ਇਸ ਭਵਿੱਖਬਾਣੀ ਨੂੰ ਪੂਰਾ ਕਰਨ ਲਈ ਸੁੱਤੇ ਹੋਏ ਲੋਕਾਂ ਵਿੱਚੋਂ ਪਹਿਲੇ ਫਲ ਦੇ ਰੂਪ ਵਿੱਚ ਯੀਸ਼ੂ ਐਤਵਾਰ ਨੂੰ ਤੜਕੇ ਜੀ ਉੱਠੇ ਸੀ। ਕਿਉਂਕਿ ਸੰਸਾਰ ਦੇ ਲੋਕ ਨਾ ਤਾਂ ਜੀ ਉੱਠਣ ਦੇ ਦਿਨ ਦਾ ਮਤਲਬ ਅਤੇ ਨਾ ਹੀ ਕਿਸੇ ਹੋਰ ਪਰਬ ਬਾਰੇ ਜਾਣਦੇ ਹਨ, ਇਸ ਲਈ ਉਹ ਪਰਛਾਵੇਂ ਅਤੇ ਉਸ ਦੀ ਅਸਲੀਅਤ ਵਿਚਕਾਰ ਫਰਕ ਕਰਨ ਵਿੱਚ ਅਸਮਰਥ ਹਨ। ਹਾਲਾਂਕਿ ਮੇਰਾ ਮੰਨਣਾ ਹੈ ਕਿ ਸਾਨੂੰ ਸਵਰਗੀ ਲੋਕਾਂ ਨੂੰ ਜੋ ਪਰਬ ਮਨਾਉਂਦੇ ਹਨ, ਇਸ ਨੂੰ ਸਮਝਣਾ ਚਾਹੀਦਾ ਹੈ। ਹੁਣ ਆਓ ਅਸੀਂ ਬਾਈਬਲ ਵਿੱਚੋਂ ਇਸ ਦਾ ਅਧਿਐਨ ਕਰਨ ਅਤੇ ਇਸ ਦੀ ਪੁਸ਼ਟੀ ਕਰਨ ਲਈ ਕੁਝ ਸਮਾਂ ਲਈਏ। ਆਓ ਅਸੀਂ ਕੂਚ ਦੀ ਕਿਤਾਬ ਅਧਿਆਇ 14 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 14 ਵਚਨ 1, ਯਹੋਵਾ ਮੂਸਾ ਨਾਲ ਬੋਲਿਆ, ਇਜ਼ਰਾਈਲੀਆਂ ਨੂੰ ਬੋਲ ਕਿ ਉਹ ਮੁੜ ਜਾਣ ਅਰ ਪਿਆਹੀਰੋਥ ਦੇ ਸਾਹਮਣੇ ਮਿਗਦੋਲ ਅਰ ਸਮੁੰਦਰ ਦੇ ਵਿਚਕਾਰ ਬਾਲ ਸਫੋਨ ਦੇ ਸਾਹਮਣੇ ਡੇਰਾ ਲਾਉਣ। ਉਸ ਦੇ ਸਾਹਮਣੇ ਸਮੁੰਦਰ ਦੇ ਕੋਲ ਡੇਰਾ ਲਾਓ। ਫਿਰੌਨ ਇਜ਼ਰਾਈਲੀ ਲਈ ਆਖੇਗਾ ਕਿ ਉਹ ਧਰਤੀ ਵਿੱਚ ਫਸ ਗਏ ਹਨ ਅਰ ਉਜਾੜ ਨੇ ਉਹਨਾਂ ਨੂੰ ਅਟਕਾ ਲਿਆ ਹੈ। ਮੈਂ ਫਿਰੌਨ ਦੇ ਮਨ ਨੂੰ ਕਠੋਰ ਹੋਣ ਦੇਵਾਂਗਾ ਅਰ ਉਹ ਉਹਨਾਂ ਦਾ ਪਿੱਛਾ ਕਰੇਗਾ ਅਤੇ ਮੈਂ ਫਿਰੌਨ ਅਤੇ ਉਸ ਦੀ ਸਾਰੀ ਫੌਜ ਤੋਂ ਆਦਰ ਪਾਵਾਂਗਾ ਤਾਂ ਜੋ ਮਿਸਰੀ ਜਾਣਨ ਕਿ ਮੈਂ ਯਹੋਵਾ ਹਾਂ। ਫਿਰ ਉਹਨਾਂ ਨੇ ਤਿਵੇਂ ਹੀ ਕੀਤਾ। ਇਹ ਇਸ ਗੱਲ ਦੀ ਕਹਾਣੀ ਹੈ
ਕਿ ਕਿਵੇਂ 6 ਲੱਖ ਪੈਦਲ ਚੱਲਣ ਵਾਲੇ ਪੁਰਸ਼ਾਂ ਨੇ ਸਮੁੰਦਰ ਵਿਚਕਾਰ ਪਿਹਾਹੀਰੋਤ ਦੇ ਸਾਹਮਣੇ ਬਾਲਸਫੋਨ ਦੇ ਸਾਹਮਣੇ ਆਪਣੇ ਡੇੜੇ ਖੜੇ ਕੀਤੇ। ਵਚਨ 5 ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕੁਝ ਅਧਿਕਾਰੀਆਂ ਨੇ ਫਿਰੌਨ ਨੂੰ ਕਿਹਾ ਕਿ ਸਾਨੂੰ ਇਜ਼ਰਾਈਲੀਆਂ ਨੂੰ ਜਾਣ ਦੇਣਾ ਚਾਹੀਦਾ ਹੈ। ਅਤੇ ਵਚਨ 6 ਵਿੱਚ ਅਸੀਂ ਦੇਖ ਸਕਦੇ ਹਾਂ ਕਿ ਇਜ਼ਰਾਈਲੀਆਂ ਨੂੰ ਵਾਪਸ ਲਿਆਉਣ ਲਈ ਉਹਨਾਂ ਦਾ ਪਿੱਛਾ ਕਰਨ ਲਈ ਫਿਰੌਨ ਨੇ 600 ਰੱਥਾਂ ਨੂੰ ਲਿਆ। ਆਓ ਅਸੀਂ ਵਚਨ 15 ਪੜ੍ਹੀਏ। ਯਹੋਵਾ ਨੇ ਮੂਸਾ ਨੂੰ ਆਖਿਆ, ਤੂੰ ਕਿਉਂ ਮੇਰੇ ਤਰਲੇ ਕਰਦਾ ਹੈ? ਇਜ਼ਰਾਈਲੀਆਂ ਨਾਲ ਗੱਲ ਕਰ ਕਿ ਉਹ ਅੱਗੇ ਤੁਰਨ। ਤੂੰ ਆਪਣਾ ਡਾਂਗਾ ਚੁੱਕ ਔਰ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਔਰ ਉਸ ਨੂੰ 2 ਭਾਗ ਕਰ ਦੇ, ਭਾਈ ਇਜ਼ਰਾਈਲੀ ਸਮੁੰਦਰ ਦੇ ਵਿੱਚ ਦੀ ਸੁੱਕੀ ਥਾਂ ਲੰਘ ਜਾਣ। ਇਹ ਉਹ ਦ੍ਰਿਸ਼ ਹੈ ਜਿੱਥੇ ਪਰਮੇਸ਼ਰ ਨੇ ਆਖਿਰਕਾਰ ਲਾਲ ਸਮੁੰਦਰ ਦੀ ਵੰਡ ਕੀਤੀ ਅਤੇ ਇਜ਼ਰਾਈਲੀਆਂ ਨੂੰ ਸੁਰੱਖਿਅਤ ਰੂਪ ਨਾਲ ਲਾਲ ਸਮੁੰਦਰ ਦੇ ਪਾਰ ਲੈ ਗਏ। ਆਓ ਅਸੀਂ ਵਚਨ 26 ਉੱਤੇ ਜਾਈਏ। ਫਿਰ ਯਹੋਵਾ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਤਾਂ ਜੋ ਪਾਣੀ ਮਿਸਰੀਆਂ ਉੱਤੇ, ਉਹਨਾਂ ਦੇ ਰੱਥਾਂ ਉੱਤੇ ਔਰ ਉਹਨਾਂ ਦੇ ਘੋੜ ਚੜਿਆ ਉੱਤੇ ਮੁੜ ਆਉਣ। ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ ਔਰ ਪੋਹ ਫਟਣ ਵੇਲੇ ਸਮੁੰਦਰ ਆਪਣੇ ਪਹਿਲੇ ਬਲ ਨਾਲ ਮੁੜਿਆ ਅਤੇ ਮਿਸਰੀ ਉਸ ਦੀ ਵੱਲੋਂ ਨੱਠੇ। ਪਰ ਯਹੋਵਾ ਨੇ ਮਿਸਰੀਆਂ ਨੂੰ ਸਮੁੰਦਰ ਦੇ ਵਿੱਚ ਛੰਡ ਸੁੱਟਿਆ, ਪਰੰਤੂ ਪਾਣੀ ਮੁੜੇ ਔਰ ਉਹਨਾਂ ਦੇ ਰੱਥ ਔਰ ਘੋੜ ਚੜੇ ਅਤੇ ਫਿਰੌਨ ਦੀ ਸਾਰੀ ਫੌਜ ਜਿਹੜੀ ਉਹਨਾਂ ਦੇ ਮਗਰ ਸਮੁੰਦਰ ਵਿੱਚ ਆਈ ਸੀ ਢੱਕ ਲਈ ਔਰ ਉਹਨਾਂ ਵਿੱਚੋਂ ਇੱਕ ਵੀ ਨਾ ਬਚਿਆ। ਪਰ ਇਜ਼ਰਾਈਲੀ ਖੁਸ਼ਕੀ ਉੱਤੋਂ ਸਮੁੰਦਰ ਦੇ ਵਿੱਚ ਦੀ ਚੱਲਦੇ ਗਏ ਔਰ ਪਾਣੀ ਉਹਨਾਂ ਦੇ ਸੱਜੇ ਖੱਬੇ ਕੰਧ ਵਾਂਗੂ ਸਨ। ਸੋ ਉਸ ਦਿਨ ਯਹੋਵਾ ਨੇ ਇਜ਼ਰਾਈਲੀਆਂ ਨੂੰ ਮਿਸਰੀਆਂ ਦੇ ਹੱਥੋਂ ਐਉਂ ਬਚਾਇਆ ਅਤੇ ਇਜ਼ਰਾਈਲ ਨੇ ਮਿਸਰੀਆਂ ਦੇ ਮੁਰਦੇ ਸਮੁੰਦਰ ਦੇ ਕੰਢੇ ਉੱਤੇ ਦੇਖੇ। ਐਉਂ ਇਜ਼ਰਾਈਲੀਆਂ ਨੇ ਉਹ ਵੱਡਾ ਕੰਮ ਵੇਖਿਆ ਜਿਹੜਾ ਯਹੋਵਾ ਨੇ ਮਿਸਰੀਆਂ ਦੇ ਵਿਰੁੱਧ ਕੀਤਾ ਸੀ। ਲੋਕ ਯਹੋਵਾ ਕੋਲੋਂ ਡਰ ਗਏ ਔਰ ਉਹਨਾਂ ਨੇ ਯਹੋਵਾ ਉੱਤੇ ਅਤੇ ਉਸ ਦੇ ਦਾਸ ਮੂਸਾ ਉੱਤੇ ਪ੍ਰਤੀਤ ਕੀਤੀ। ਉਹ ਦਿਨ ਦਾ ਕਿਹੜਾ ਸਮਾਂ ਸੀ ਜਦੋਂ ਇਜ਼ਰਾਈਲੀਆਂ ਨੇ ਸੁਰੱਖਿਅਤ ਰੂਪ ਨਾਲ ਲਾਲ ਸਮੁੰਦਰ ਪਾਰ ਕੀਤਾ ਅਤੇ ਸਾਰੇ ਮਿਸਰੀ ਸਮੁੰਦਰ ਵਿੱਚ ਮਾਰੇ ਗਏ ਸੀ। ਇਹ ਸਵੇਰ ਦੇ ਸਮੇਂ ਵਿੱਚ ਹੋਇਆ ਸੀ। ਉਹ ਪਵਿੱਤਰ ਕੈਲੰਡਰ ਵਿੱਚ ਪਹਿਲੇ ਮਹੀਨੇ ਦੇ 22ਵੇਂ ਦਿਨ ਹੋਇਆ ਸੀ, ਜੋ ਅੱਜ ਦੀ ਕੈਲੰਡਰ ਪ੍ਰਣਾਲੀ ਦੇ ਅਨੁਸਾਰ ਐਤਵਾਰ ਸੀ। ਇਹ ਉਹਨਾਂ ਘਟਨਾਵਾਂ ਦਾ ਹਿੱਸਾ ਹੈ ਜੋ ਉਹਨਾਂ ਦੇ ਮਿਸਰ ਵਿੱਚ ਭੱਜਦੇ ਸਮੇਂ ਹੋਈ ਸੀ। ਜਿਸ ਤਰ੍ਹਾਂ ਇਹ ਸਭ ਐਤਵਾਰ ਨੂੰ ਅੰਮ੍ਰਿਤ ਵੇਲੇ ਹੋਇਆ, ਉਹ ਪਰਛਾਵਾਂ ਸੀ। ਜਦੋਂ ਅਸੀਂ ਪਰਛਾਵਾਂ ਨੂੰ ਨੇੜੇ ਤੋਂ ਦੇਖਦੇ ਹਾਂ, ਫਿਰ ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ। ਆਓ ਅਸੀਂ ਲੂਕਾ ਦੀ ਕਿਤਾਬ ਅਧਿਆਇ 24 ਆਇਤ 1 ਉੱਤੇ ਜਾ ਕੇ ਇਸ ਗੱਲ ਦੀ ਪੁਸ਼ਟੀ ਕਰੀਏ ਕਿ ਕਿਵੇਂ ਯਿਸੂ ਅਸਲ ਵਿੱਚ ਇਸ ਭਵਿੱਖਬਾਣੀ ਦੇ ਅਨੁਸਾਰ ਮਰਿਆ ਹੋਇਆ ਵਿੱਚੋਂ ਜੀ ਉੱਠੇ। ਵਚਨ 1 ਵਿੱਚ ਲਿਖਿਆ ਹੈ, ਪਰ ਹਫ਼ਤੇ ਦੇ ਪਹਿਲੇ ਦਿਨ ਕਿਹੜੇ ਸਮੇਂ ਵਿੱਚ? ਅੰਮ੍ਰਿਤ ਵੇਲੇ। ਇਜ਼ਰਾਈਲੀਆਂ ਨੇ ਲਾਲ ਸਮੁੰਦਰ ਨੂੰ ਕਦੋਂ ਪਾਰ ਕੀਤਾ ਸੀ? ਹਫ਼ਤੇ ਦੇ ਪਹਿਲੇ ਦਿਨ ਅੰਮ੍ਰਿਤ ਵੇਲੇ, ਜੋ ਪਵਿੱਤਰ ਕੈਲੰਡਰ ਦੇ ਅਨੁਸਾਰ ਪਹਿਲੇ ਮਹੀਨੇ ਦਾ 22ਵਾਂ ਦਿਨ ਹੈ। ਉਸ ਸਮੇਂ ਦਿਨਾਂ ਨੂੰ ਇਸ ਤਰ੍ਹਾਂ ਨਾਮ ਦਿੱਤਾ ਗਿਆ ਸੀ ਕਿ ਪਹਿਲਾ ਦਿਨ, ਦੂਸਰਾ ਦਿਨ। ਇਸੇ ਲਈ ਇਹ ਪਹਿਲੇ ਦਿਨ ਦਾ ਅੰਮ੍ਰਿਤ ਵੇਲਾ ਸੀ ਜਦੋਂ ਉਹਨਾਂ ਨੇ ਲਾਲ ਸਮੁੰਦਰ ਪਾਰ ਕੀਤਾ ਸੀ। ਇਹ ਇੱਕ ਅਜਿਹਾ ਵੇਲਾ ਸੀ ਜਦੋਂ ਮਿਸਰ ਦੀ ਸਾਰੀ ਸੈਨਾ ਨੇ ਇਜ਼ਰਾਈਲੀਆਂ ਦਾ ਪਿੱਛਾ ਕੀਤਾ ਅਤੇ ਨਤੀਜੇ ਵਜੋਂ ਉਹ ਪਾਣੀ ਦੇ ਹੇਠਾਂ ਦਫਨ ਹੋਏ। ਇਸ ਪ੍ਰਕਾਰ ਇਜ਼ਰਾਈਲੀਆਂ ਨੂੰ ਲਾਲ ਸਮੁੰਦਰ ਵਿੱਚ ਬਚਾਇਆ ਗਿਆ। ਪਰ ਹਫ਼ਤੇ ਦੇ ਪਹਿਲੇ ਦਿਨ ਅੰਮ੍ਰਿਤ ਵੇਲੇ ਉਹ ਉਹਨਾਂ ਸੁਗੰਧਾਂ ਨੂੰ ਜਿਹੜੀਆਂ ਤਿਆਰ ਕੀਤੀਆਂ ਸਨ ਲੈ ਕੇ ਕਬਰ ਉੱਤੇ ਆਈਆਂ ਅਤੇ ਉਹਨਾਂ ਨੇ ਪੱਥਰ ਨੂੰ ਕਬਰੋਂ ਲਾਂਬੇ ਰਿੜਿਆ ਪਿਆ ਹੋਇਆ ਡਿੱਠਾ ਤੇ ਅੰਦਰ ਜਾ ਕੇ ਪ੍ਰਭੂ ਯਿਸੂ ਦੀ ਲੋਥ ਨਾ ਪਾਈ। ਤੇ ਐ ਹੋਇਆ ਕਿ ਜਾਂ ਉਹ ਇਸ ਦੇ ਕਾਰਨ ਦੁਵਿਧਾ ਵਿੱਚ ਪਈਆਂ ਤਾਂ ਵੇਖੋ 2 ਪੁਰਸ਼ ਚਮਕੀਲੀ ਪੁਸ਼ਾਕ ਪਹਿਨੀ ਉਹਨਾਂ ਦੇ ਕੋਲ ਆ ਖਲੋਤੇ। ਜਾਂ ਉਹ ਡਰਦੀਆਂ ਅਤੇ ਆਪਣੇ ਸਿਰ ਜ਼ਮੀਨ ਦੀ ਵੱਲ ਝੁਕਾਉਂਦੀਆਂ ਸਨ ਤਾਂ ਉਹਨਾਂ ਇਹਨਾਂ ਨੂੰ ਆਖਿਆ, ਤੁਸੀਂ ਜਿਉਂਦੇ ਨੂੰ ਮੋਇਆ ਵਿੱਚੋਂ ਕਿਉਂ ਪਾਲਦੀਆਂ ਹੋ? ਉਹ ਇੱਥੇ ਹੈ ਨਹੀਂ ਪਰ ਜੀ ਉੱਠਿਆ ਹੈ। ਚੇਤੇ ਕਰੋ ਕਿ ਗਲੀਲ ਵਿੱਚ ਹੁੰਦਿਆਂ ਉਸਨੇ ਤੁਹਾਨੂੰ ਕਿਕੁਰ ਕਿਹਾ ਸੀ, ਭਾਈ ਮਨੁੱਖ ਦੇ ਪੁੱਤਰ ਨੂੰ ਪਾਪੀ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਣਾ ਅਤੇ ਸਲੀਬ ਉੱਤੇ ਚੜਾਇਆ ਜਾਣਾ ਅਤੇ 30 ਦਿਨ ਜੀ ਉੱਠਣਾ ਜ਼ਰੂਰੀ ਹੈ। ਤਾਂ ਉਸ ਦੀਆਂ ਗੱਲਾਂ ਉਹਨਾਂ ਨੂੰ ਚੇਤੇ ਆਈਆਂ ਅਤੇ ਕਬਰ ਤੋਂ ਮੁੜ ਕੇ ਉਹਨਾਂ ਨੇ ਇਹ ਸਾਰੀਆਂ ਗੱਲਾਂ ਉਹਨਾਂ 11 ਅਤੇ ਹੋਰਨਾਂ ਸਭਨਾਂ ਨੂੰ ਦੱਸ ਦਿੱਤੀਆਂ। ਸੋ ਮਰੀਅਮ ਮਗਦਲੀਨੀ ਔਰ ਯੋਨਾ ਅਤੇ ਯਾਕੂਬ ਦੀ ਮਾਂ ਮਰੀਅਮ ਔਰ ਉਹਨਾਂ ਦੇ ਨਾਲ ਦੀਆਂ ਹੋਰ ਤੀਵੀਆਂ ਨੇ ਰਸੂਲਾਂ ਨੂੰ ਇਹ ਗੱਲਾਂ ਕਹੀਆਂ। ਇੱਥੇ ਅਸੀਂ ਲੂਕਾ ਅਧਿਆਇ 24 ਵਿੱਚ ਯਿਸੂ ਦੇ ਜੀ ਉੱਠਣ ਦਾ ਵਰਣਨ ਦੇਖ ਸਕਦੇ ਹਾਂ। ਅਸੀਂ ਦੇਖ ਸਕਦੇ ਹਾਂ ਕਿ ਪੁਰਾਣੇ ਨੇਮ ਵਿੱਚ ਕੀਤਾ ਗਿਆ ਕੰਮ ਨਵੇਂ ਨੇਮ ਵਿੱਚ ਯਿਸੂ ਦੇ ਕੰਮ ਵਿੱਚ ਪ੍ਰਤੀਬਿੰਬਿਤ ਹੋਇਆ ਸੀ।
ਜਿਸ ਪ੍ਰਕਾਰ ਇਜ਼ਰਾਈਲੀਆਂ ਨੇ ਪਹਿਲੇ ਦਿਨ ਦੇ ਅੰਮ੍ਰਿਤ ਵੇਲੇ ਲਾਲ ਸਮੁੰਦਰ ਪਾਰ ਕੀਤਾ, ਉਸੇ ਪ੍ਰਕਾਰ ਪਹਿਲੇ ਦਿਨ ਅੰਮ੍ਰਿਤ ਵੇਲੇ ਯੀਸ਼ੂ ਜੀ ਉੱਠੇ। ਇਸੇ ਕਾਰਨ ਪੁਰਾਣੇ ਨੇਮ ਵਿੱਚ ਪਰਮੇਸ਼ਰ ਨੇ ਹਫਤੇ ਦੇ ਪਹਿਲੇ ਦਿਨ ਪਹਿਲੇ ਫਲ ਦੇ ਪਰਵ ਦੀ ਭੇਟ ਚੜਾਉਣ ਦਾ ਇੱਕ ਨਿਯਮ ਨਿਯੁਕਤ ਕੀਤਾ। ਹੁਣ ਆਓ ਅਸੀਂ ਜੋ ਸੋ ਗਏ ਸੀ ਉਹਨਾਂ ਵਿੱਚੋਂ ਯੀਸ਼ੂ ਮਸੀਹ ਦੇ ਜੀ ਉੱਠਣ ਨੂੰ ਸਮਝਣ ਲਈ ਪੁਰਾਣੇ ਨੇਮ ਦੀ ਵਿਧੀ ਅਤੇ ਨਵੇਂ ਨੇਮ ਦੀ ਵਿਧੀ ਨੂੰ ਦੇਖੀਏ। ਆਓ ਅਸੀਂ ਲੇਵੀ ਅਧਿਆਇ 23 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 23 ਵਚਨ 9। ਫਿਰ ਯਹੋਵਾ ਮੂਸਾ ਨੂੰ ਬੋਲਿਆ ਕਿ ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ਭਾਈ ਜਿਸ ਵੇਲੇ ਤੁਸੀਂ ਉਸ ਦੇਸ਼ ਵਿੱਚ ਜੋ ਮੈਂ ਤੁਹਾਨੂੰ ਦਿੰਦਾ ਹਾਂ ਆ ਗਏ ਹੋ ਅਤੇ ਉਸ ਦੀ ਹਾੜੀ ਵੀ ਵੱਢੋਗੇ, ਤਾਂ ਤੁਸੀਂ ਆਪਣੀ ਹਾੜੀ ਦੇ ਪਹਿਲੇ ਫਲ ਤੋਂ ਇੱਕ ਪੁੱਲਾ ਜਾਜਕ ਦੇ ਸਾਹਮਣੇ ਲਿਆਉਣਾ ਅਤੇ ਉਹ ਉਸ ਪੁੱਲੇ ਨੂੰ ਯਹੋਵਾ ਦੇ ਸਾਹਮਣੇ ਹਿਲਾਏ, ਭਾਈ ਉਹ ਤੁਹਾਡੇ ਕੋਲੋਂ ਮੰਨਿਆ ਜਾਏ। ਉਸ ਨੂੰ ਕਦੋਂ? ਸਬਤ ਦੇ ਅਗਲੇ ਪਲਕ ਨੂੰ ਜਾਜਕ ਉਸ ਨੂੰ ਹਿਲਾਵੇ। ਸਬਤ ਤੋਂ ਬਾਅਦ ਕਿਹੜਾ ਦਿਨ ਹੈ? ਉਹ ਹਫਤੇ ਦਾ ਪਹਿਲਾ ਦਿਨ ਹੈ, ਕਿਉਂਕਿ ਸਬਤ 7ਵਾਂ ਦਿਨ ਹੈ। ਫਿਰ ਅਗਲਾ ਦਿਨ ਜੋ 7ਵੇਂ ਦਿਨ ਤੋਂ ਬਾਅਦ ਹੈ ਪਹਿਲਾ ਦਿਨ ਹੋਣਾ ਚਾਹੀਦਾ ਹੈ, ਕਿਉਂਕਿ ਮੂਸਾ ਦਾ ਕੰਮ ਯੀਸ਼ੂ ਦੇ ਕੰਮ ਬਾਰੇ ਭਵਿੱਖਬਾਣੀ ਸੀ। ਇਸ ਲਈ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਇਹ ਪਹਿਲਾਂ ਤੋਂ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ ਯੀਸ਼ੂ ਮਸੀਹ ਨੂੰ ਮਰਿਆ ਹੋਇਆਂ ਵਿੱਚੋਂ ਪਹਿਲੇ ਫਲ ਦੇ ਰੂਪ ਵਿੱਚ ਹਫਤੇ ਦੇ ਪਹਿਲੇ ਦਿਨ ਐਤਵਾਰ ਨੂੰ ਜੀ ਉੱਠਣਾ ਸੀ। ਇਸ ਲਈ ਪਹਿਲੇ ਫਲ ਦੇ ਪਰਵ ਦੀ ਭੇਂਟ ਕਦੋਂ ਹੀ ਲਈ ਜਾਣੀ ਚਾਹੀਦੀ ਹੈ ਤਾਂ ਜੋ ਉਹ ਪਰਮੇਸ਼ਰ ਦੁਆਰਾ ਸਵੀਕਾਰ ਕੀਤੀ ਜਾ ਸਕੇ। ਉਹ ਸਬਤ ਦੇ ਅਗਲੇ ਦਿਨ ਕੀਤਾ ਜਾਣਾ ਚਾਹੀਦਾ ਹੈ। ਇਹ ਪਰਵ ਲਈ ਨਿਯੁਕਤ ਤਾਰੀਖ ਸੀ। ਇਹ ਨਵੇਂ ਨੇਮ ਵਿੱਚ ਬੇਤਰਤੀਬ ਢੰਗ ਨਾਲ ਨਹੀਂ ਹੋਇਆ ਸੀ, ਪਰ ਇਸ ਨੂੰ ਪੁਰਾਣੇ ਨੇਮ ਦੇ ਸਮੇਂ ਵਿੱਚ ਪਹਿਲਾਂ ਤੋਂ ਹੀ ਨਿਯੁਕਤ ਕੀਤਾ ਗਿਆ ਸੀ ਅਤੇ ਨਵੇਂ ਨੇਮ ਵਿੱਚ ਭਵਿੱਖਬਾਣੀ ਹਫਤੇ ਦੇ ਉਸ ਦਿਨ ਪੂਰੀ ਹੋਈ ਸੀ। ਹਾਲਾਂਕਿ ਲੋਕ ਝੂਠ ਬੋਲਦੇ ਹਨ। ਪੁਰਾਣੇ ਨੇਮ ਵਿੱਚ ਸਬਤ ਸ਼ਨੀਵਾਰ ਮਨਾਇਆ ਗਿਆ ਸੀ, ਪਰ ਨਵੇਂ ਨੇਮ ਵਿੱਚ ਇਸ ਨੂੰ ਐਤਵਾਰ ਦੀ ਆਰਾਧਨਾ ਵਿੱਚ ਬਦਲ ਦਿੱਤਾ ਗਿਆ, ਕਿਉਂਕਿ ਯੀਸ਼ੂ ਦੇ ਜੀ ਉੱਠਣ ਦਾ ਦਿਨ ਜ਼ਿਆਦਾ ਮਹੱਤਵਪੂਰਨ ਹੈ। ਪਰ ਪੁਰਾਣੇ ਨੇਮ ਵਿੱਚ ਪਹਿਲੇ ਫਲ ਦੇ ਪਰਵ ਦੀ ਭੇਂਟ ਪਹਿਲਾਂ ਤੋਂ ਹੀ ਹਫਤੇ ਦੇ ਪਹਿਲੇ ਦਿਨ ਪਰਮੇਸ਼ਰ ਨੂੰ ਚੜਾਈ ਜਾਂਦੀ ਹੈ। ਇਹ ਪਹਿਲੇ ਫਲ ਦੇ ਪਰਵ ਵਿੱਚ ਸ਼ਾਮਲ ਅਰਥ ਹੈ। ਨਵੇਂ ਨੇਮ ਵਿੱਚ ਪਹਿਲੇ ਫਲ ਦਾ ਪਰਵ ਜੀ ਉੱਠਣ ਦਾ ਦਿਨ ਹੈ। ਜੀ ਉੱਠਣ ਦਾ ਦਿਨ 3500 ਸਾਲ ਪਹਿਲਾਂ ਮੂਸਾ ਦੇ ਸਮੇਂ ਤੋਂ ਯੀਸ਼ੂ ਦੇ ਸਮੇਂ ਤੱਕ ਹਰ ਸਾਲ ਹਮੇਸ਼ਾ ਐਤਵਾਰ ਨੂੰ ਸਬਤ ਦੇ ਅਗਲੇ ਦਿਨ ਮਨਾਇਆ ਗਿਆ ਸੀ। ਆਓ ਅਸੀਂ ਵਚਨ 12 ਨਾਲ ਜਾਰੀ ਰੱਖੀਏ। ਅਤੇ ਉਸੇ ਦਿਨ ਜਿਸ ਵਿੱਚ ਤੁਸੀਂ ਉਸ ਪੁੱਲੇ ਨੂੰ ਹਿਲਾਓ, ਤੁਸੀਂ ਇੱਕ ਬੱਝ ਤੋਂ ਰਹਿਤ ਯਹੋਵਾ ਦੇ ਅੱਗੇ ਹੋਮ ਦੀ ਭੇਂਟ ਕਰਕੇ ਪਹਿਲੇ ਵਰੇ ਦਾ ਲੇਲਾ ਚੜਾਉਣਾ ਤੇ ਉਸ ਮੈਦੇ ਦੀ ਭੇਂਟ ਜੋ ਹੈ ਸੋ ਤੇਲ ਨਾਲ ਰਲੇ ਹੋਏ 2 ਦਸਵੰਧ ਮੈਦੇ ਦੇ ਯਹੋਵਾ ਦੇ ਅੱਗੇ ਇੱਕ ਸੁਗੰਧਤਾ ਕਰਕੇ ਇੱਕ ਅੱਗ ਦੀ ਭੇਂਟ ਹੋਵੇ ਅਤੇ ਇੱਕ ਦਾਖਰਸ ਦੇ ਕੁੱਪੇ ਦੀ ਚੌਥਾਈ ਉਸ ਦੀ ਪੀਣ ਦੀ ਭੇਂਟ ਹੋਵੇ। ਅਤੇ ਜਿਸ ਦਿਨ ਤਾਈਂ ਤੁਸੀਂ ਆਪਣੇ ਪਰਮੇਸ਼ਰ ਅੱਗੇ ਇੱਕ ਭੇਂਟ ਨਾ ਲਿਆਓ, ਉਸ ਦਿਨ ਤੋੜੀ ਤੁਸਾਂ ਨਾ ਰੋਟੀ ਨਾ ਭੁੰਨੇ ਹੋਏ ਦਾਣੇ ਨਾ ਹਰੇ ਸਿੱਟੇ ਖਾਣੇ। ਇਹ ਤੁਹਾਡੇ ਸਭਨਾ ਵਸੇਬਿਆਂ ਵਿੱਚ ਤੁਹਾਡੀਆਂ ਪੀੜ੍ਹੀਆਂ ਤੀਕਰ ਇੱਕ ਸਦਾ ਦੀ ਵਿਧੀ ਹੋਵੇ। ਪਹਿਲੇ ਫਲ ਦੇ ਦਿਨ ਦੀ ਭੇਂਟ ਕਦੋਂ ਚੜਾਉਣੀ ਚਾਹੀਦੀ ਹੈ? ਇਸ ਨੂੰ ਸਵੀਕਾਰ ਕੀਤੇ ਜਾਣ ਲਈ ਇਸ ਨੂੰ ਸਬਤ ਦੇ ਅਗਲੇ ਦਿਨ ਪਰਮੇਸ਼ਰ ਦੇ ਸਾਹਮਣੇ ਹਿਲਾਉਣ ਦਾ ਨਿਯਮ ਸੀ, ਕਿਉਂਕਿ ਉਹ ਪਹਿਲੀ ਫਸਲ ਦਾ ਇੱਕ ਪੁੱਲਾ ਚੜਾਉਂਦੇ ਸੀ। ਫਿਰ ਉਸ ਪਰਵ ਦਾ ਨਾਮ ਪਹਿਲੇ ਫਲ ਦਾ ਪਰਵ ਰੱਖਿਆ ਗਿਆ। ਯੀਸ਼ੂ ਮਸੀਹ ਨੇ ਲੇਵੀ ਅਧਿਆਇ 23 ਵਿੱਚ ਸਬਤ ਦੇ ਅਗਲੇ ਦਿਨ ਪਰਮੇਸ਼ਰ ਦੇ ਸਾਹਮਣੇ ਹਿਲਾਈ ਜਾਣ ਵਾਲੀ ਪਹਿਲੇ ਫਲ ਦੀ ਭੇਂਟ ਦੀ ਭਵਿੱਖਬਾਣੀ ਨੂੰ ਪੂਰਾ ਕੀਤਾ। ਆਓ ਅਸੀਂ ਪਹਿਲਾ ਕੁਰਿੰਥੀਆਂ ਦੀ ਕਿਤਾਬ ਅਧਿਆਇ 15 ਵਿੱਚ ਇਸ ਦਾ ਉੱਤਰ ਲੱਭੀਏ। ਪਹਿਲਾ ਕੁਰਿੰਥੀਓ ਅਧਿਆਇ 15 ਵਚਨ 12। ਹੁਣ ਜੇ ਮਸੀਹ ਦਾ ਇਹ ਪ੍ਰਚਾਰ ਕਰੀਦਾ ਹੈ ਭਾਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ, ਤਾਂ ਕਈ ਤੁਹਾਡੇ ਵਿੱਚੋਂ ਕਿਵੇਂ ਆਖਦੇ ਹਨ ਭਾਈ ਮੁਰਦਿਆਂ ਦਾ ਜੀ ਉੱਠਣਾ ਹੈ ਹੀ ਨਹੀਂ। ਇੱਥੇ ਇਹ ਯੀਸ਼ੂ ਮਸੀਹ ਦੇ ਜੀ ਉੱਠਣ ਦੀ ਵਿਆਖਿਆ ਕਰਦਾ ਹੈ। ਆਓ ਅਸੀਂ ਵਚਨ 16 ਦੇਖੀਏ। ਕਿਉਂਕਿ ਜੇ ਮੁਰਦੇ ਨਹੀਂ ਜੀ ਉੱਠਦੇ ਤਾਂ ਮਸੀਹ ਵੀ ਨਹੀਂ ਜੀ ਉੱਠਿਆ ਹੈ, ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਤੁਹਾਡੀ ਨੇਚਾ ਅਕਾਰਤ ਹੈ, ਤੁਸੀਂ ਅਜੇ ਆਪਣੇ ਪਾਪਾਂ ਵਿੱਚ ਹੋ। ਤਦ ਜਿਹੜੇ ਮਸੀਹ ਵਿੱਚ ਹੋ ਕੇ ਸੋ ਗਏ ਹਨ ਉਹ ਵੀ ਨਾਸ ਹੋਏ। ਜੇ ਨਿਰੇ ਇਸੇ ਜੀਵਨ ਵਿੱਚ ਅਸੀਂ ਮਸੀਹ ਉੱਤੇ ਆਸ ਰੱਖੀ ਹੋਈ ਹੈ ਤਾਂ ਅਸੀਂ ਸਭਨਾ ਮਨੁੱਖਾਂ ਨਾਲੋਂ ਤਰਸਯੋਗ ਹਾਂ। ਪਰ ਹੁਣ ਮਸੀਹ ਤਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ
ਸੁੱਤਿਆ ਹੋਇਆਂ ਦਾ ਕੀ ਹੈ? ਪਹਿਲਾ ਫਲ ਹੈ। ਅਸੀਂ ਦੇਖ ਸਕਦੇ ਹਾਂ ਕਿ ਇਹ ਕਹਿੰਦਾ ਹੈ ਕਿ ਯੀਸ਼ੂ ਪਹਿਲੇ ਫਲ ਦੇ ਰੂਪ ਵਿੱਚ ਜੀ ਉੱਠੇ, ਜੋ ਕੂਚ ਦੀ ਕਿਤਾਬ ਵਿੱਚ ਵਰਤੇ ਸ਼ਬਦ ਵਾਂਗ ਹੈ। ਇਸ ਲਈ ਇਸ ਦਾ ਮਤਲਬ ਹੈ ਕਿ ਉਹ ਪਹਿਲੇ ਫਲ ਦੀ ਭੇਂਟ ਬਣ ਗਏ। ਉਹ ਕੌਣ ਹਨ? ਉਹ ਯੀਸ਼ੂ ਮਸੀਹ ਹਨ। ਬਾਈਬਲ ਕਹਿੰਦੀ ਹੈ ਕਿ ਪਹਿਲੀ ਫਸਲ ਦਾ ਪਹਿਲਾ ਪੂਲਾ ਪਰਮੇਸ਼ਰ ਦੇ ਸਾਹਮਣੇ ਹਿਲਾਓ ਕਿ ਉਹ ਸਵੀਕਾਰ ਕੀਤਾ ਜਾਵੇ। ਕਿਸ ਦਿਨ? ਸਬਤ ਦੇ ਅਗਲੇ ਦਿਨ। ਕਿਉਂਕਿ ਸਬਤ 7ਵਾਂ ਦਿਨ ਹੈ, ਤਦ ਅਗਲਾ ਦਿਨ ਕਿਹੜਾ ਹੈ? ਉਹ ਪਹਿਲਾ ਦਿਨ ਹੈ। ਉਹਨਾਂ ਨੇ ਪਹਿਲੇ ਦਿਨ ਇਸ ਨੂੰ ਪਰਮੇਸ਼ਰ ਸਾਹਮਣੇ ਹਿਲਾਉਣਾ ਸੀ ਤਾਂ ਜੋ ਇਸ ਨੂੰ ਸਵੀਕਾਰ ਕੀਤਾ ਜਾ ਸਕੇ। ਕਿਉਂਕਿ ਯੀਸ਼ੂ ਮਸੀਹ ਪਹਿਲੇ ਫਲ ਦੇ ਪਰਵ ਦੀ ਭੇਂਟ ਬਣੇ, ਫਿਰ ਉਹਨਾਂ ਨੇ ਪਹਿਲੇ ਦਿਨ ਐਤਵਾਰ ਨੂੰ ਮਰੇ ਹੋਇਆਂ ਵਿੱਚੋਂ ਜੀ ਉੱਠਣਾ ਸੀ। ਪੂਰੀ ਬਾਈਬਲ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ ਵੱਖ-ਵੱਖ ਜੋੜੇ ਵਚਨ ਹਨ। ਹਾਲਾਂਕਿ ਜਿਹੜੇ ਲੋਕ ਪਰਵਾਂ ਨੂੰ ਨਹੀਂ ਸਮਝਦੇ, ਉਹ ਇਹ ਵੀ ਨਹੀਂ ਜਾਣਦੇ ਹਨ ਕਿ ਕਿਉਂ ਐਤਵਾਰ ਨੂੰ ਯੀਸ਼ੂ ਜੀ ਉੱਠੇ ਸੀ। ਇਸ ਲਈ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਹੋਏ ਕਹਿੰਦੇ ਹਨ, ਸਾਨੂੰ ਐਤਵਾਰ ਨੂੰ ਆਰਾਧਨਾ ਕਰਨੀ ਹੈ ਕਿਉਂਕਿ ਇਸ ਦਿਨ ਯੀਸ਼ੂ ਜੀ ਉੱਠੇ ਸੀ। ਇਸ ਲਈ ਇਹ ਸਬਤ ਦੇ ਦਿਨ ਨਾਲੋਂ ਵੀ ਵੱਧ ਮਹੱਤਵਪੂਰਨ ਹੈ। ਸਵਰਗੀ ਪਿਤਾ ਅਤੇ ਮਾਤਾ ਜੀ ਨੇ ਸਾਨੂੰ ਸਿਓਨ ਵਿੱਚ ਬੁਲਾਇਆ ਹੈ, ਜਿੱਥੇ ਪਰਵ ਮਨਾਏ ਜਾਂਦੇ ਹਨ, ਅਤੇ ਸਾਨੂੰ ਪਹਿਲੇ ਫਲ ਦੇ ਪਰਵ ਨੂੰ ਸਮਝਣ ਦਿੱਤਾ ਹੈ। ਕਿ ਇਸ ਤਰ੍ਹਾਂ ਅਸੀਂ ਇਹ ਨਹੀਂ ਸਮਝ ਸਕਦੇ ਕਿ ਕਿਉਂ ਯੀਸ਼ੂ ਮਸੀਹ ਨੇ ਐਤਵਾਰ ਨੂੰ ਹੀ ਜੀ ਉੱਠਣਾ ਸੀ। ਯੀਸ਼ੂ ਪਹਿਲੇ ਫਲ ਦੇ ਦਿਨ ਦੀ ਭੇਂਟ ਦੀ ਅਸਲੀਅਤ ਹਨ, ਕਿਉਂਕਿ ਉਹਨਾਂ ਨੇ ਪਰਛਾਵੇਂ ਮਤਲਬ ਭਵਿੱਖਬਾਣੀ ਨੂੰ ਪੂਰਾ ਕਰਨਾ ਸੀ। ਇਸੇ ਲਈ ਉਹਨਾਂ ਨੇ ਸਬਤ ਦੇ ਅਗਲੇ ਦਿਨ ਮਤਲਬ ਪਹਿਲੇ ਦਿਨ ਮਰਿਆ ਹੋਇਆਂ ਵਿੱਚੋਂ ਜੀ ਉੱਠਣਾ ਸੀ। ਇਸ ਲਈ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਜੋ ਸੋ ਗਏ ਸੀ ਉਹਨਾਂ ਵਿੱਚੋਂ ਉਹ ਪਹਿਲਾ ਫਲ ਹੋਏ। ਹੁਣ ਆਓ ਅਸੀਂ ਪਹਿਲਾ ਕੁਰਿੰਥੀਓ ਦੀ ਕਿਤਾਬ ਅਧਿਆਇ 15 ਵਚਨ 50 ਉੱਤੇ ਜਾ ਕੇ ਜੀ ਉੱਠਣ ਦੇ ਸੰਬੰਧ ਵਿੱਚ ਪਰਮੇਸ਼ਰ ਦੀ ਇੱਛਾ ਦਾ ਅਧਿਐਨ ਕਰਨ ਲਈ ਕੁਝ ਸਮਾਂ ਲਈਏ। ਹੁਣ ਹੇ ਭਰਾਵੋ, ਮੈਂ ਇਹ ਆਖਦਾ ਹਾਂ, ਜੋ ਮਾਂਸ ਅਤੇ ਲਹੂ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ, ਨਾ ਵਿਨਾਸ਼ ਅਵਿਨਾਸ਼ ਦਾ ਅਧਿਕਾਰੀ ਹੁੰਦਾ ਹੈ। ਵੇਖੋ, ਮੈਂ ਤੁਹਾਨੂੰ ਇੱਕ ਭੇਦ ਦੱਸਦਾ ਹਾਂ, ਸੋ ਅਸੀਂ ਸਭੇ ਨਹੀਂ ਸੋਵਾਂਗੇ, ਪਰ ਸਭੇ ਛਣ ਭਰ ਵਿੱਚ ਅੱਖ ਦੀ ਚਮਕ ਵਿੱਚ ਛੇਕੜ ਲਈ ਤੁਰੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ। ਤੁਰੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ। ਇਹ ਉਹ ਸਮਾਂ ਹੈ ਜਿਸ ਨੂੰ ਪਰਮੇਸ਼ਰ ਨੇ ਸਾਡੇ ਲਈ ਤਿਆਰ ਕੀਤਾ ਹੈ। ਮਸੀਹ ਵਿੱਚ ਮਰੇ ਹੋਏ ਜੀ ਉੱਠਣਗੇ ਅਤੇ ਉਹਨਾਂ ਨੂੰ ਸਵਰਗੀ ਆਤਮਿਕ ਦੇਹ ਪਹਿਨਾਈ ਜਾਵੇਗੀ, ਅਤੇ ਅਸੀਂ ਵੀ ਜੋ ਜਿਉਂਦੇ ਅਤੇ ਬਚੇ ਰਹਾਂਗੇ ਬਦਲ ਜਾਵਾਂਗੇ ਅਤੇ ਆਤਮਿਕ ਦੇਹ ਪਾ ਕੇ ਸਦਾ ਲਈ ਸਦੀਪਕ ਜੀਵਨ ਅਤੇ ਆਸ਼ੀਸ਼ ਦਾ ਆਨੰਦ ਲੈਣ ਲਈ ਪਰਮੇਸ਼ਰ ਦੇ ਸਦੀਪਕ ਰਾਜ ਵਿੱਚ ਜਾਵਾਂਗੇ। ਸਾਡੇ ਕੋਲ ਵੀ ਅੱਜ ਉਹੀ ਆਸ ਹੈ। ਬੇਸ਼ੱਕ ਧਰਮੀਆਂ ਦਾ ਜੀ ਉੱਠਣਾ ਅਤੇ ਕੁਧਰਮੀਆਂ ਦਾ ਜੀ ਉੱਠਣਾ ਹੈ, ਇਸ ਲਈ ਕਿ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਸਾਰੇ ਧਰਮੀਆਂ ਦੇ ਜੀ ਉੱਠਣ ਵਿੱਚ ਹਿੱਸਾ ਲਈਏ। ਆਓ ਅਸੀਂ ਜਾਣੀਏ ਕਿ ਪਹਿਲਾ ਥੈਸਲੋਨੀਕੀਆਂ ਦੀ ਕਿਤਾਬ ਅਧਿਆਇ 4 ਵਿੱਚ ਬਾਈਬਲ ਕੀ ਕਹਿੰਦੀ ਹੈ। ਵਚਨ 13, ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਉਹਨਾਂ ਦੀ ਵਿਥਿਆ ਤੋਂ ਜਿਹੜੇ ਸੁੱਤੇ ਪਏ ਹਨ ਅਣਜਾਣ ਰਹੋ। ਭਾਈ ਤੁਸੀਂ ਹੋਰਨਾਂ ਵਾਂਗੂ ਜਿਨ੍ਹਾਂ ਨੂੰ ਕੋਈ ਆਸ ਨਹੀਂ, ਸੋਗ ਨਾ ਕਰੋ। ਕਿਉਂਕਿ ਜੇ ਸਾਨੂੰ ਇਹ ਪ੍ਰਤੀਤ ਹੋਈ ਹੈ ਭਾਈ ਯੀਸ਼ੂ ਮੋਇਆ ਅਤੇ ਫਿਰ ਜੀ ਉੱਠਿਆ, ਤਾਂ ਇਸੇ ਤਰ੍ਹਾਂ ਪਰਮੇਸ਼ਰ ਉਹਨਾਂ ਨੂੰ ਵੀ ਜਿਹੜੇ ਯੀਸ਼ੂ ਵਿੱਚ ਸੋ ਗਏ ਹਨ ਉਹਦੇ ਨਾਲ ਲਿਆਵੇਗਾ। ਅਸੀਂ ਪ੍ਰਭੂ ਦੇ ਬਚਨ ਅਨੁਸਾਰ ਤੁਹਾਨੂੰ ਇਹ ਆਖਦੇ ਹਾਂ, ਭਾਈ ਅਸੀਂ ਜਿਹੜੇ ਜਿਉਂਦੇ ਅਤੇ ਪ੍ਰਭੂ ਦੇ ਆਉਣ ਤੀਕ ਬਾਕੀ ਰਹਿੰਦੇ ਹਾਂ, ਸੋ ਉਹਨਾਂ ਤੋਂ ਜਿਹੜੇ ਸੋ ਗਏ ਹਨ ਕਦੀ ਵੀ ਅਗੇਤੇ ਨਾ ਹੋਵਾਂਗੇ। ਇਸ ਲਈ ਜੋ ਪ੍ਰਭੂ ਆਪ ਲਲਕਾਰੇ ਨਾਲ, ਮਹਾਦੂਤਾਂ ਦੀ ਆਵਾਜ਼ ਨਾਲ ਅਤੇ ਪਰਮੇਸ਼ਰ ਦੀ ਤੁਰੀ ਨਾਲ ਸਵਰਗ ਤੋਂ ਉਤਰੇਗਾ, ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਉਹ ਪਹਿਲਾਂ ਜੀ ਉੱਠਣਗੇ। ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ, ਅਤੇ ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਸੰਗ ਰਹਾਂਗੇ। ਸੋ ਤੁਸੀਂ ਇਹਨਾਂ ਗੱਲਾਂ ਨਾਲ ਇੱਕ ਦੂਏ ਨੂੰ ਤਸੱਲੀ ਦਿਓ ਕਿ ਇਹ ਵਡਿਆਈ ਭਰੇ ਪਲ ਨਿਸ਼ਚਿਤ ਰੂਪ ਨਾਲ ਨਹੀਂ ਆਉਣਗੇ। ਜਿਸ ਦਿਨ ਪਰਮੇਸ਼ਰ ਸਾਨੂੰ ਆਪਣੀਆਂ ਸੰਤਾਨਾਂ ਨੂੰ ਲੈਣ ਲਈ ਇਸ ਧਰਤੀ ਉੱਤੇ ਆਉਣਗੇ, ਤਦ ਜੋ ਜਿਉਂਦੇ ਰਹਿੰਦੇ ਹੋਏ ਮਸੀਹ ਨੂੰ ਸਵੀਕਾਰ ਕਰਨਗੇ ਬਦਲ ਜਾਣਗੇ, ਅਤੇ ਜੋ ਮਰਨ ਤੋਂ ਬਾਅਦ ਮਸੀਹ ਨੂੰ ਸਵੀਕਾਰ ਕਰਨਗੇ ਉਹਨਾਂ ਨੂੰ ਜੀ ਉੱਠਣ ਦੀ ਆਸ਼ੀਸ਼ ਦਿੱਤੀ ਜਾਵੇਗੀ ਅਤੇ ਆਤਮਿਕ ਦੇਹ ਪਹਿਨਾਈ ਜਾਵੇਗੀ। ਇਸ ਲਈ ਜੀ ਉੱਠਣਾ ਸਾਨੂੰ ਆਸ ਦਿੰਦਾ ਹੈ, ਜੋ ਸਾਡੇ ਵਿਸ਼ਵਾਸ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਸੰਸਾਰ ਵਿੱਚ ਲੋਕ ਸੋਚਦੇ ਹਨ ਕਿ ਮਰਨ ਤੋਂ ਬਾਅਦ ਹਰ ਚੀਜ਼ ਦਾ ਅੰਤ ਹੋ ਜਾਂਦਾ ਹੈ,
ਪਰ ਕੀ ਆਤਮਿਕ ਦੁਨੀਆ ਵਿੱਚ ਅੰਤ ਵਰਗੀ ਕੋਈ ਚੀਜ਼ ਹੈ? ਜਦੋਂ ਕਿਸੇ ਦੀ ਮੌਤ ਹੁੰਦੀ ਹੈ ਫਿਰ ਉਹ ਅੰਤ ਨਹੀਂ ਹੁੰਦਾ, ਬਲਕਿ ਦੂਸਰੀ ਸ਼ੁਰੂਆਤ ਉਹਨਾਂ ਦੀ ਉਡੀਕ ਕਰ ਰਹੀ ਹੈ। ਜੋ ਲੋਕ ਕੁਦਰਮੀਆਂ ਦੇ ਜੀ ਉੱਠਣ ਵਿੱਚ ਹਿੱਸਾ ਲੈਣਗੇ, ਉਹਨਾਂ ਲਈ ਉਸੇ ਸਮੇਂ ਤੋਂ ਸਦੀਪਕ ਕਾਲ ਦੇ ਨਰਕ ਵਿੱਚ ਸਦੀਪਕ ਪੀੜਾ ਸ਼ੁਰੂ ਹੁੰਦੀ ਹੈ। ਇਹ ਵੀ ਨਹੀਂ ਲਿਖਿਆ ਹੈ ਕਿ ਜੋ ਧਰਮੀਆਂ ਦੇ ਜੀ ਉੱਠਣ ਵਿੱਚ ਹਿੱਸਾ ਲੈਣਗੇ ਉਹ ਸਵਰਗ ਦੇ ਸਦੀਪਕ ਸਵਰਗ ਲੋਕ ਵਿੱਚ ਮਸੀਹ ਨਾਲ ਸਦੀਪਕ ਜੀਵਨ ਅਤੇ ਖੁਸ਼ੀ ਦਾ ਆਨੰਦ ਲੈਣਗੇ। ਇਸ ਲਈ ਸਾਨੂੰ ਸਾਰਿਆਂ ਨੂੰ ਪਰਮੇਸ਼ਰ ਦੇ ਵਚਨ ਦਾ ਅਧਿਐਨ ਕਰਨ ਲਈ ਖੁਦ ਨੂੰ ਸਮਰਪਿਤ ਕਰਨਾ ਚਾਹੀਦਾ ਹੈ ਤੇ ਆਪਣੇ ਪੂਰੇ ਜੀਵਨ ਵਿੱਚ ਪਰਮੇਸ਼ਰ ਦੇ ਵਚਨ ਦੀ ਆਗਿਆਕਾਰੀਤਾ ਵਿੱਚ ਜ਼ਿਆਦਾ ਧਰਮੀ, ਈਸ਼ਵਰੀ ਅਤੇ ਪਵਿੱਤਰ ਜੀਵਨ ਜਿਉਣ ਦੁਆਰਾ ਪਰਮੇਸ਼ਰ ਦੀ ਵਡਿਆਈ ਕਰਨੀ ਚਾਹੀਦੀ ਹੈ। ਹੁਣ ਆਓ ਅਸੀਂ ਕੁਝ ਗੱਲਾਂ ਉੱਤੇ ਇੱਕ ਨਜ਼ਰ ਪਾਈਏ ਜੋ ਨਵੇਂ ਨੇਮ ਵਿੱਚ ਜੀ ਉੱਠਣ ਦੇ ਦਿਨ ਹੋਈ ਸੀ। ਆਓ ਅਸੀਂ ਲੂਕਾ ਦੀ ਕਿਤਾਬ ਅਧਿਆਇ 24 ਵਚਨ 13 ਤੋਂ ਪੜ੍ਹੀਏ। ਲੂਕਾ ਅਧਿਆਇ 24 ਵਚਨ 13 ਵਿੱਚ ਇਹ ਲਿਖਿਆ ਹੈ, ਉਸੇ ਦਿਨ ਉਹਨਾਂ ਵਿੱਚੋਂ 2 ਜਣੇ, ਉਸੇ ਦਿਨ ਜੀ ਉੱਠਣ ਦਾ ਦਿਨ ਹੈ ਜਿਸ ਦਿਨ ਯੀਸ਼ੂ ਮਸੀਹ ਜੀ ਉੱਠੇ ਸੀ। ਤਾਂ ਵੇਖੋ, ਉਸੇ ਦਿਨ ਉਹਨਾਂ ਵਿੱਚੋਂ 2 ਜਣੇ ਇਮਾਉਸ ਨਾਉਂ ਦੇ ਇੱਕ ਪਿੰਡ ਨੂੰ ਜਾਂਦੇ ਸਨ ਜਿਹੜਾ ਯਰੂਸ਼ਲਮ ਤੋਂ 5 ਕੋ ਵਾਟ ਤੇ ਹੈ। ਸੋ ਉਹਨਾਂ ਸਭਨਾਂ ਗੱਲਾਂ ਦੇ ਵਿਖੇ ਜੋ ਬੀਤੀਆਂ ਸਨ ਆਪੋ ਵਿੱਚ ਗੱਲਬਾਤ ਕਰਦੇ ਸਨ। ਅਤੇ ਐ ਹੋਇਆ ਕਿ ਜਦ ਉਹ ਗੱਲਬਾਤ ਅਰ ਚਰਚਾ ਕਰਦੇ ਸਨ ਤਾਂ ਯੀਸ਼ੂ ਆਪ ਨੇੜੇ ਆਣ ਕੇ ਉਹਨਾਂ ਨਾਲ ਤੁਰਿਆ ਗਿਆ, ਪਰ ਉਹਨਾਂ ਦੇ ਨੇਤਰ ਬੰਦ ਕੀਤੇ ਗਏ ਸਨ ਭਾਈ ਉਹਨੂੰ ਨਾ ਸਿਆਣਨ। ਜਿਸ ਦਿਨ ਯੀਸ਼ੂ ਜੀ ਉੱਠੇ ਸੀ ਉਸ ਦਿਨ ਬਹੁਤ ਸਾਰੀਆਂ ਹੈਰਾਨੀਜਨਕ ਗੱਲਾਂ ਹੋਈਆਂ। ਜਦੋਂ ਦੋਨੋਂ ਚੇਲੇ ਇਮਾਉਸ ਨਾਮਕ ਪਿੰਡ ਵੱਲ ਜਾ ਰਹੇ ਸੀ, ਉਹਨਾਂ ਨੇ ਯੀਸ਼ੂ ਨਾਲ ਗੱਲਬਾਤ ਕੀਤੀ। ਭਾਵੇਂ ਯੀਸ਼ੂ ਉਹਨਾਂ ਦੇ ਠੀਕ ਕੋਲ ਸੀ, ਪਰ ਉਹਨਾਂ ਨੇ ਯੀਸ਼ੂ ਨੂੰ ਨਹੀਂ ਪਹਿਚਾਨਿਆ। ਆਓ ਅਸੀਂ ਵਚਨ 17 ਉੱਤੇ ਜਾਈਏ। ਉਸਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਇਹ ਕੀ ਗੱਲਾਂ ਆਪੋ ਵਿੱਚ ਕਰਦੇ ਹੋ? ਤਾਂ ਉਹ ਉਦਾਸ ਹੋ ਕੇ ਖਲੋ ਗਏ। ਤਦ ਕਿਲੋਪਾਸ ਨਾਉਂ ਦੇ ਇੱਕ ਨੇ ਉਹਨੂੰ ਉੱਤਰ ਦਿੱਤਾ, ਭਲਾ ਤੂੰ ਇਕੱਲਾ ਯਰੂਸ਼ਲਮ ਵਿੱਚ ਓਪਰਾ ਹੈ ਅਤੇ ਅੱਜ ਕੱਲ੍ਹ ਜਿਹੜੀਆਂ ਵਾਰਤਾ ਉਸ ਵਿੱਚ ਬੀਤੀਆਂ ਹਨ ਨਹੀਂ ਜਾਣਦਾ ਹੈ? ਉਸਨੇ ਉਹਨਾਂ ਨੂੰ ਕਿਹਾ, ਕਿਹੜੀਆਂ ਵਾਰਤਾ? ਤਾਂ ਉਹਨਾਂ ਉਸ ਨੂੰ ਆਖਿਆ, ਯਿਸੂ ਨਾਸਰੀ ਦੇ ਵਿਖੇ ਜਿਹੜਾ ਨਬੀ ਨਾਲੇ ਪਰਮੇਸ਼ਰ ਅਤੇ ਸਾਰੇ ਲੋਕਾਂ ਦੇ ਅੱਗੇ ਕਰਨੀ ਅਤੇ ਬਚਨ ਵਿੱਚ ਸਮਰਥ ਸੀ, ਅਤੇ ਕਿਸ ਤਰ੍ਹਾਂ ਪ੍ਰਧਾਨ ਯਾਜਕਾਂ ਅਤੇ ਸਾਡੇ ਸਰਦਾਰਾਂ ਨੇ ਉਸ ਨੂੰ ਕਤਲ ਦੇ ਲਈ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ ਉੱਤੇ ਚੜਾਇਆ। ਪਰ ਸਾਨੂੰ ਇਹ ਆਸ ਸੀ ਭਾਈ ਇਹ ਉਹ ਹੈ ਜੋ ਇਜ਼ਰਾਈਲ ਦਾ ਨਿਸਤਾਰਾ ਕਰੇ। ਅਰੇ ਇਹਨਾਂ ਸਭਨਾਂ ਗੱਲਾਂ ਤੋਂ ਬਾਅਦ ਇਸ ਮਾਜਰੇ ਬੀਤੇ ਨੂੰ ਅੱਜ 30 ਦਿਨ ਹੋ ਗਿਆ ਹੈ, ਪਰ ਸਾਡੇ ਵਿੱਚੋਂ ਕਈ ਤੀਵੀਆਂ ਨੇ ਵੀ ਸਾਨੂੰ ਹੈਰਾਨ ਕਰ ਛੱਡਿਆ ਹੈ ਕਿ ਉਹ ਤੜਕੇ ਕਬਰ ਤੇ ਗਈਆਂ ਅਤੇ ਜਾਂ ਉਹਦੀ ਲੋਥ ਨਾ ਪਾਈ ਤਾਂ ਇਹ ਆਖਦੀਆਂ ਆਈਆਂ ਜੋ ਸਾਨੂੰ ਦੂਤਾਂ ਦਾ ਦਰਸ਼ਨ ਵੀ ਹੋਇਆ ਜਿਨ੍ਹਾਂ ਆਖਿਆ ਭਾਈ ਉਹ ਜਿਉਂਦਾ ਹੈ। ਤਦ ਸਾਡੇ ਨਾਲ ਦਿਆਂ ਵਿੱਚੋਂ ਕਈ ਕੋ ਕਬਰ ਉੱਤੇ ਗਏ ਅਰ ਜਿਹੋ ਜਿਹਾ ਤੀਵੀਆਂ ਨੇ ਕਿਹਾ ਸੀ ਤਿਹੋ ਜਿਹਾ ਪਾਇਆ, ਪਰ ਉਸ ਨੂੰ ਨਾ ਡਿੱਠਾ। ਤਾਂ ਉਸਨੇ ਉਹਨਾਂ ਨੂੰ ਕਿਹਾ, ਹੇ ਬੇਸਮਝੋ, ਨਬੀਆਂ ਦੇ ਸਾਰੇ ਬਚਨਾਂ ਉੱਤੇ ਪ੍ਰਤੀਤ ਕਰਨ ਵਿੱਚ ਟਿਲਿਓ ਕਿ ਮਸੀਹ ਨੂੰ ਜ਼ਰੂਰੀ ਨਾ ਸੀ ਜੋ ਇਹ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ਼ ਕਰੇ। ਅਤੇ ਮੂਸਾ ਅਰ ਸਭਨਾਂ ਨਬੀਆਂ ਤੋਂ ਸ਼ੁਰੂ ਕਰਕੇ ਉਸਨੇ ਉਹਨਾਂ ਨੂੰ ਉਹਨਾਂ ਗੱਲਾਂ ਦਾ ਅਰਥ ਦੱਸਿਆ ਜਿਹੜੀਆਂ ਸਭਨਾਂ ਪੁਸਤਕਾਂ ਵਿੱਚ ਉਹਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ। ਉਹ ਪਿੰਡ ਨੇੜੇ ਆਇਆ ਜਿੱਥੇ ਜਾਂਦੇ ਸਨ ਅਰ ਉਸਨੇ ਅੱਗੇ ਵਧਣ ਨੂੰ ਕੀਤਾ। ਤਾਂ ਉਹਨਾਂ ਉਸ ਨੂੰ ਅਟਕਾ ਕੇ ਆਖਿਆ ਕਿ ਸਾਡੇ ਨਾਲ ਰਹੋ, ਕਿਉਂ ਜੋ ਸਾਂਝ ਪੈ ਗਈ ਅਤੇ ਹੁਣ ਦਿਨ ਲੈ ਚੱਲਿਆ ਹੈ। ਅਰ ਉਹ ਉਹਨਾਂ ਦੇ ਸੰਗ ਟਿਕਣ ਨੂੰ ਅੰਦਰ ਗਿਆ। ਇਉਂ ਹੋਇਆ ਕਿ ਜਦ ਉਹ ਉਹਨਾਂ ਦੇ ਨਾਲ ਪ੍ਰਸ਼ਾਦ ਛਕਣ ਨੂੰ ਬੈਠਾ ਤਾਂ ਉਸਨੇ ਰੋਟੀ ਲੈ ਕੇ ਬਰਕਤ ਦਿੱਤੀ ਅਤੇ ਤੋੜ ਕੇ ਉਹਨਾਂ ਨੂੰ ਫੜਾਈ। ਤਦ ਉਹਨਾਂ ਦੇ ਨੇਤਰ ਖੁੱਲ ਗਏ ਅਤੇ ਉਹਨਾਂ ਉਸ ਨੂੰ ਸਿਆਣ ਲਿਆ ਅਰ ਉਹ ਉਹਨਾਂ ਤੋਂ ਅਲੋਪ ਹੋ ਗਿਆ। ਜਿਸ ਦਿਨ ਯਿਸੂ ਮਸੀਹ ਜੀ ਉੱਠੇ ਸੀ ਉਹ ਉਹਨਾਂ 2 ਚੇਲਿਆਂ ਦੇ ਸਾਹਮਣੇ ਪ੍ਰਗਟ ਹੋਏ ਸੀ ਜੋ ਇਮਾਉਸ ਦੇ ਰਾਹ ਵਿੱਚ ਸੀ। ਇੱਥੇ ਇੱਕ ਸ਼ਾਨਦਾਰ ਘਟਨਾ ਘਟੀ। ਉਹਨਾਂ ਨੇ ਜੀ ਉੱਠਣ ਦੇ ਦਿਨ ਦੀ ਰੋਟੀ ਤੋੜ ਕੇ ਉਹਨਾਂ ਦੀਆਂ ਆਤਮਿਕ ਅੱਖਾਂ ਖੋਲੀਆਂ। ਆਓ ਅਸੀਂ ਫਿਰ ਤੋਂ ਵਚਨ 31 ਪੜ੍ਹੀਏ। ਤਦ ਉਹਨਾਂ ਦੇ ਨੇਤਰ ਖੁੱਲ ਗਏ ਅਤੇ ਉਹਨਾਂ ਉਸ ਨੂੰ ਸਿਆਣ ਲਿਆ ਅਰ ਉਹ ਉਹਨਾਂ ਤੋਂ ਅਲੋਪ ਹੋ ਗਿਆ। ਤਾਂ ਉਹ ਇੱਕ ਦੂਏ ਨੂੰ ਆਖਣ ਲੱਗੇ, ਭਾਈ ਜਾਂ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪੁਸਤਕ ਦਾ ਅਰਥ ਵੀ ਖੋਲਦਾ ਸੀ ਤਾਂ ਕਿ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ। ਉਹ ਉਸੇ ਘੜੀ ਉੱਠ ਕੇ ਯਰੂਸ਼ਲਮ ਨੂੰ ਮੁੜੇ ਅਤੇ 11 ਚੇਲਿਆਂ ਅਰ ਉਹਨਾਂ ਦੇ ਨਾਲ ਦਿਆਂ ਨੂੰ ਇਕੱਠੇ ਪਾਇਆ ਜਿਹੜੇ ਕਹਿੰਦੇ ਸਨ ਕਿ ਪ੍ਰਭੂ ਸੱਚੀ ਮੁੱਚ ਜੀ ਉੱਠਿਆ ਅਰ ਸ਼ਿਮੋਨ ਨੂੰ ਵਿਖਾਈ ਦਿੱਤਾ। ਇਹ 2000 ਸਾਲ ਪਹਿਲਾਂ ਜੀ ਉੱਠਣ ਦੇ ਦਿਨ ਤੇ ਹੋਇਆ ਸੀ। ਪਰਮੇਸ਼ਰ ਦੀਆਂ ਸਿੱਖਿਆਵਾਂ ਦੇ ਅਨੁਸਾਰ ਨਵੇਂ ਨੇਮ ਦੀਆਂ ਸਾਰੀਆਂ ਸੱਚਾਈਆਂ ਨੂੰ ਦੁਬਾਰਾ ਸਥਾਪਿਤ ਕਰਨ ਲਈ, ਜਿਵੇਂ ਕਿ ਪਹਿਲੇ ਚਰਚ ਵਿੱਚ ਦੇਖਿਆ ਗਿਆ,
ਪਿਤਾ ਇਸ ਯੁੱਗ ਵਿੱਚ ਮਾਤਾ ਜੀ ਨਾਲ ਦੂਸਰੀ ਵਾਰ ਪ੍ਰਗਟ ਹੋਏ। ਉਹਨਾਂ ਨੇ ਸਾਨੂੰ ਜੀ ਉੱਠਣ ਦੇ ਦਿਨ ਦੀ ਰੋਟੀ ਠੀਕ ਉਸੇ ਤਰ੍ਹਾਂ ਹੀ ਦਿੱਤੀ ਜਿਵੇਂ ਉਹਨਾਂ ਨੇ 2000 ਸਾਲ ਪਹਿਲਾਂ ਦਿੱਤੀ ਸੀ। ਲਿਖਿਆ ਹੈ, ਜਦੋਂ ਉਹਨਾਂ ਨੇ ਉਸ ਨੂੰ ਤੋੜਿਆ ਅਤੇ ਉਹਨਾਂ ਨੂੰ ਦਿੱਤਾ, ਫਿਰ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਪਹਿਚਾਨ ਲਿਆ। ਜੀ ਉੱਠਣ ਦੇ ਦਿਨ ਨੂੰ ਪੁਰਾਣੇ ਨੇਮ ਵਿੱਚ ਪਹਿਲੇ ਫਲ ਦਾ ਪਰਵ ਕਿਹਾ ਜਾਂਦਾ ਸੀ। ਨਵੇਂ ਨੇਮ ਵਿੱਚ ਯੀਸ਼ੂ ਮਸੀਹ ਦੇ ਮਰਿਆ ਹੋਇਆਂ ਵਿੱਚੋਂ ਜੀ ਉੱਠਣ ਵਾਲੇ ਪਹਿਲੇ ਵਿਅਕਤੀ ਦੇ ਰੂਪ ਵਿੱਚ ਪਹਿਲੇ ਫਲ ਦੇ ਦਿਨ ਦੀ ਭਵਿੱਖਬਾਣੀ ਨੂੰ ਪੂਰਾ ਕੀਤਾ। ਜੋ ਸੋ ਗਏ ਸੀ ਉਹਨਾਂ ਵਿੱਚੋਂ ਉਹ ਪਹਿਲਾ ਫਲ ਹੋਏ। ਪੁਰਾਣੇ ਨੇਮ ਅਤੇ ਨਵੇਂ ਨੇਮ ਦੋਨਾਂ ਦੁਆਰਾ ਅਸੀਂ ਸਮਝ ਸਕਦੇ ਹਾਂ ਕਿ ਯੀਸ਼ੂ ਪਹਿਲੇ ਫਲ ਦੇ ਦਿਨ ਦੀ ਭੇਂਟ ਬਣੇ ਅਤੇ ਉਸ ਦੀਆਂ ਭਵਿੱਖਬਾਣੀਆਂ ਨੂੰ ਪੂਰਾ ਕੀਤਾ। ਅਸੀਂ ਦੇਖ ਸਕਦੇ ਹਾਂ ਕਿ ਪੁਰਾਣੇ ਨੇਮ ਵਿੱਚ ਪਹਿਲਾਂ ਤੋਂ ਹੀ ਇਸ ਗੱਲ ਦੀ ਗਵਾਹੀ ਦਿੱਤੀ ਗਈ ਸੀ ਕਿ ਇਹ ਸਭ ਐਤਵਾਰ ਨੂੰ ਹੋਵੇਗਾ, ਠੀਕ ਜਿਵੇਂ ਪਹਿਲੇ ਫਲ ਦਾ ਪਰਵ ਹਮੇਸ਼ਾ ਐਤਵਾਰ ਨੂੰ ਮਨਾਇਆ ਜਾਂਦਾ ਸੀ। ਇਸ ਨੂੰ ਕਿਸੇ ਹੋਰ ਦਿਨ ਮਨਾਇਆ ਨਹੀਂ ਜਾ ਸਕਦਾ। ਇਸ ਨੂੰ ਪੁਰਾਣੇ ਨੇਮ ਵਿੱਚ ਵੀ ਸਬਤ ਦੇ ਅਗਲੇ ਦਿਨ ਮਨਾਉਣ ਲਈ ਪਹਿਲਾਂ ਤੋਂ ਹੀ ਨਿਯੁਕਤ ਕੀਤਾ ਗਿਆ ਸੀ। ਇਸ ਲਈ ਜੀ ਉੱਠਣ ਦਾ ਦਿਨ ਨਵੇਂ ਨੇਮ ਵਿੱਚ ਸਥਾਪਿਤ ਇੱਕ ਨਵਾਂ ਪਰਵ ਨਹੀਂ ਸੀ, ਪਰ ਅਸਲ ਵਿੱਚ ਇਹ ਹਮੇਸ਼ਾ ਪੁਰਾਣੇ ਨੇਮ ਵਿੱਚ ਐਤਵਾਰ ਨੂੰ ਮਨਾਇਆ ਜਾਂਦਾ ਸੀ। ਹਫ਼ਤਾਵਾਰੀ ਪਰਵ ਸਬਤ ਦੇ ਬਾਰੇ ਕਹੀਏ ਤਾਂ ਉਹ ਵੀ ਇਸੇ ਸਮੇਂ ਮਨਾਇਆ ਜਾਂਦਾ ਸੀ। ਸਾਲਾਨਾ ਪਰਵਾਂ ਬਾਰੇ ਕਹੀਏ ਤਾਂ ਪਰਮੇਸ਼ਰ ਨੇ ਹੁਕਮ ਦਿੱਤਾ ਕਿ ਪਹਿਲੇ ਫਲ ਦਾ ਪਰਵ ਐਤਵਾਰ ਨੂੰ ਮਨਾਇਆ ਜਾਵੇ। ਇਸ ਨੂੰ 3500 ਸਾਲ ਪਹਿਲਾਂ ਇਸ ਤਰ੍ਹਾਂ ਸਥਾਪਿਤ ਕੀਤਾ ਗਿਆ ਸੀ। ਫਿਰ ਵੀ ਝੂਠੇ ਚਰਚ ਐਤਵਾਰ ਦੀ ਆਰਾਧਨਾ ਨੂੰ ਸਹੀ ਠਹਿਰਾਉਣ ਲਈ ਝੂਠ ਬੋਲਦੇ ਹਨ ਕਿ ਹੁਣ ਸਾਨੂੰ ਸਾਰਿਆਂ ਨੂੰ ਇਸ ਦਾ ਗਿਆਨ ਨਹੀਂ ਰੱਖਣਾ ਚਾਹੀਦਾ। ਗਿਆਨ ਨਾ ਹੋਣ ਦੇ ਕਾਰਨ ਪਰਮੇਸ਼ਰ ਦੇ ਲੋਕਾਂ ਦਾ ਕੀ ਹੁੰਦਾ ਹੈ, ਕਿਉਂਕਿ ਬਾਈਬਲ ਕਹਿੰਦੀ ਹੈ ਕਿ ਉਹ ਸਾਰੇ ਨਸ਼ਟ ਹੋ ਜਾਣਗੇ। ਫਿਰ ਸਾਨੂੰ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ। ਸਾਨੂੰ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਹੈ ਕਿ ਯੀਸ਼ੂ ਮਸੀਹ ਪਹਿਲੇ ਫਲ ਦੇ ਪਰਵ ਦੀ ਭੇਂਟ ਬਣੇ, ਜਿਸ ਨੂੰ ਪਹਿਲਾਂ ਤੋਂ ਹੀ ਮੂਸਾ ਦੇ ਸਮੇਂ ਵਿੱਚ ਐਤਵਾਰ ਨੂੰ ਮਨਾਉਣ ਲਈ ਨਿਯੁਕਤ ਕੀਤਾ ਗਿਆ ਸੀ। ਸਾਨੂੰ ਉਹਨਾਂ ਨੂੰ ਸਹੀ ਤਰ੍ਹਾਂ ਇਹ ਦੱਸਣ ਦੀ ਜ਼ਰੂਰਤ ਹੈ ਕਿ ਪਹਿਲੇ ਫਲ ਦੀ ਭਵਿੱਖਬਾਣੀ ਕਰਕੇ ਯੀਸ਼ੂ ਸੁੱਤਿਆਂ ਹੋਇਆਂ ਵਿੱਚੋਂ ਐਤਵਾਰ ਨੂੰ ਜੀ ਉੱਠੇ ਸੀ। ਅਜਿਹਾ ਕਰਕੇ ਸਾਨੂੰ ਉਹਨਾਂ ਦੀਆਂ ਆਤਮਿਕ ਅੱਖਾਂ ਖੁੱਲ੍ਹਣ ਵਿੱਚ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਨੂੰ ਸਹੀ ਤਰ੍ਹਾਂ ਪਹਿਚਾਨਣ ਵਿੱਚ ਉਹਨਾਂ ਦੀ ਅਗਵਾਈ ਕਰਨੀ ਚਾਹੀਦੀ ਹੈ। ਸੰਸਾਰ ਦੇ ਲੋਕਾਂ ਕੋਲ ਕੋਈ ਭਵਿੱਖ ਨਹੀਂ ਹੈ, ਪਰ ਸਾਡੇ ਕੋਲ ਇੱਕ ਚਮਕਦਾ ਭਵਿੱਖ ਹੈ। ਕੁਧਰਮੀਆਂ ਦਾ ਜੀ ਉੱਠਣਾ ਸੰਸਾਰ ਦੇ ਲੋਕਾਂ ਲਈ ਪਰ ਧਰਮੀਆਂ ਦਾ ਜੀ ਉੱਠਣਾ ਸਿਓਨ ਦੇ ਲੋਕਾਂ ਲਈ ਰਾਖਵਾਂ ਹੈ। ਜੀ ਉੱਠਣ ਦੀ ਸਵੇਰ ਅਸੀਂ ਰਸੂਲ ਪੌਲੁਸ ਅਤੇ ਰਸੂਲ ਪਤਰਸ ਨਾਲ ਮਿਲਾਂਗੇ, ਜਿਨ੍ਹਾਂ ਨੂੰ ਦੇਖਣ ਦੀ ਅਸੀਂ ਲਾਲਸਾ ਕਰਦੇ ਹਾਂ। ਤੁਸੀਂ ਹੈਰਾਨ ਹੋ ਸਕਦੇ ਹੋ ਕਿ ਯੂਹੰਨਾ ਕਿਵੇਂ ਦਿਖਦਾ ਹੋਵੇਗਾ। ਅਸੀਂ ਯੂਹੰਨਾ ਨੂੰ ਵੀ ਮਿਲਾਂਗੇ। ਅਸੀਂ ਆਪਣੇ ਪਿਤਾ ਨਾਲ ਵੀ ਮਿਲਾਂਗੇ ਜੋ ਜੀ ਉੱਠਣ ਦੀ ਸਵੇਰ ਸਾਨੂੰ ਲੈਣ ਲਈ ਆਉਣਗੇ। ਅਸੀਂ ਸਵਰਗੀ ਮਾਤਾ ਜੀ ਦੇ ਅਸਲੀ ਵਡਿਆਈ ਭਰੇ ਸਵਰੂਪ ਨੂੰ ਵੀ ਦੇਖ ਸਕਾਂਗੇ ਜੋ ਸਵਰਗ ਵਿੱਚ ਉਹਨਾਂ ਕੋਲ ਹੈ। ਇਹ ਕਲਪਨਾ ਕਰਦੇ ਹੋਏ ਕਿ ਜਦੋਂ ਅਸੀਂ ਸੰਪੂਰਨ ਹੋ ਜਾਵਾਂਗੇ ਤਦ ਇਹ ਕਿਵੇਂ ਹੋਵੇਗਾ। ਆਓ ਅਸੀਂ ਨਾ ਸਿਰਫ ਇਸ ਧਰਤੀ ਉੱਤੇ ਆਪਣੇ ਅਸਥਾਈ ਜੀਵਨ ਲਈ ਜੀਵੀਏ, ਬਲਕਿ ਇਸ ਸਾਲ ਆਓ ਅਸੀਂ ਸਵਰਗ ਵਿੱਚ ਪ੍ਰਾਪਤ ਹੋਣ ਵਾਲੀਆਂ ਆਸ਼ੀਸ਼ਾਂ ਬਾਰੇ ਸੋਚਦੇ ਹੋਏ ਯਤਨ ਨਾਲ ਦੌੜੀਏ। ਆਓ ਅਸੀਂ ਜੀ ਉੱਠਣ ਦੇ ਦਿਨ ਦੇ ਅਰਥ ਨੂੰ ਸਿਰਫ ਉਸ ਦਿਨ ਤੱਕ ਸੀਮਿਤ ਨਾ ਰੱਖੀਏ ਜਦੋਂ 2000 ਸਾਲ ਪਹਿਲਾਂ ਯੀਸ਼ੂ ਦਾ ਜੀ ਉੱਠਣਾ ਹੋਇਆ ਸੀ। ਇਸ ਦੇ ਬਜਾਏ ਆਓ ਅਸੀਂ ਆਪਣੇ ਦਿਲਾਂ ਉੱਤੇ ਉਸ ਵਿਸ਼ਵਾਸ ਦੇ ਜੀ ਉੱਠਣ ਨੂੰ ਉਕਾਰੀਏ ਜਿਨ੍ਹਾਂ ਨੂੰ ਰਸੂਲਾਂ ਨੇ 2000 ਸਾਲ ਪਹਿਲਾਂ ਰੱਖਿਆ ਸੀ। ਇਸੇ ਨਾਲ ਮੈਂ ਅੱਜ ਦਾ ਉਪਦੇਸ਼ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।